ਯੈਸ, ਪੰਜਾਬੀ ਦੀ ਟਾਈਪਿੰਗ ਵਾਸਤੇ ਰਾਵੀ ਫੌਂਟ ਨੂੰ ਕਿੱਦਾਂ ਯੂਜ਼ ਕਰਨਾ, ਕਿੱਦਾਂ ਇੰਸਟਾਲ ਕਰਨਾ, ਉਹਦਾ ਇੱਕ ਮੈਂ ਸਪੈਸ਼ਲ ਵੀਡੀਓ ਬਣਾਉਣ ਲੱਗਿਆ ਹਾਂ। ਪਹਿਲਾਂ ਕੀ ਕਰਦੇ ਹਾਂ, ਜਿਵੇਂ ਵਿੰਡੋਜ਼ 10 ਹੈ, ਸਟਾਰਟ 'ਤੇ ਕਲਿੱਕ ਕਰਦੇ ਹਾਂ। ਇਹਦੇ ਵਿੱਚ ਆਪਾਂ ਲੈਂਗੁਏਜ ਟਾਈਪ ਕਰ ਦਿਓ। ਲੈਂਗੁਏਜ ਸੈਟਿੰਗਸ ਕਮਾਂਡ ਖੁੱਲ੍ਹ ਗਈ, ਇਹਨੂੰ ਕਲਿੱਕ ਕਰੋ, ਓਪਨ ਹੋ ਗਈ। ਇਹਦੇ ਵਿੱਚ ਲੈਂਗੁਏਜ ਹਾਲੇ ਇਸ ਕੰਪਿਊਟਰ ਦੇ ਉੱਤੇ, ਇਸ ਪੀਸੀ ਉੱਤੇ ਮੇਰੀ ਲੈਂਗੁਏਜ ਐਡਡ ਹੈ ਇਕੱਲੀ ਇੱਕੋ ਹੀ ਇੰਗਲਿਸ਼ US। ਜਦੋਂ ਅਸੀਂ ਵਿੰਡੋਜ਼ ਇੰਸਟਾਲ ਕਰਦੇ ਹਾਂ ਉਦੋਂ ਇੱਕ ਲੈਂਗੁਏਜ ਤਾਂ ਇੰਸਟਾਲ ਹੁੰਦੀ ਹੋਈ ਆ, ਉਹ ਪੁੱਛਦਾ ਕਿਹੜੀ ਲੈਂਗੁਏਜ ਯੂਜ਼ ਕਰਦੇ ਹਾਂ। ਆਪਾਂ ਇੱਕ ਲੈਂਗੁਏਜ ਚੂਜ਼ ਕੀਤੀ, ਜਿਹੜੀ ਚੂਜ਼ ਕੀਤੀ ਉਹ ਹੋ ਗਈ। ਜੇ ਮੈਂ ਨਵੀਂ ਕੋਈ ਹੋਰ ਲੈਂਗੁਏਜ ਐਡ ਕਰਨੀ ਚਾਹੁੰਦਾ ਹਾਂ ਤਾਂ ਮੈਂ ਐਡ ਲੈਂਗੁਏਜ 'ਤੇ ਕਲਿੱਕ ਕਰਦਾ। ਕੰਪਿਊਟਰ ਪੁੱਛਦਾ ਕਿ ਕਿਹੜੀ ਲੈਂਗੁਏਜ ਤੁਸੀਂ ਐਡ ਕਰਨਾ ਚਾਹੁੰਦੇ ਹੋ। ਮੈਂ ਇੱਥੋਂ ਚੂਜ਼ ਕਰੂੰਗਾ ਜਿਵੇਂ ਕਿ ਪੰਜਾਬੀ। ਮੈਂ ਆ ਗੁਰਮੁਖੀ ਚੂਜ਼ ਕਰੂੰਗਾ। ਜਿਹੜੀ ਹਿੰਦੀ ਦੀ ਪੰਜਾਬੀ ਦੇਵਨਾਗਰੀ ਹੈ, ਇਹ ਪੰਜਾਬੀ ਦੇ ਫੌਂਟਾਂ 'ਚ ਹਿੰਦੀ ਲਿਖਣ ਵਾਸਤੇ ਹੈ। ਪੰਜਾਬੀ ਦੇ ਫੌਂਟ ਦਾ ਮਤਲਬ ਜਿਵੇਂ ਮੰਨ ਲਓ ਕਿ ਜੇ ਤੋਂ ਪੱਪਾ ਪੈਂਦਾ ਤਾਂ ਹਿੰਦੀ 'ਚ ਵੀ ਜੇ ਤੋਂ ਪਾ ਪਊਗਾ। ਇਹ ਉਹ ਸੇਮ, ਦੋਨਾਂ ਦਾ ਪੈਟਰਨ ਸੇਮ ਹੈ। ਆਪਾਂ ਫਿਲਹਾਲ ਪੰਜਾਬੀ ਗੁਰਮੁਖੀ ਇੰਸਟਾਲ ਕਰਨੀ ਆ। ਇਹਨੂੰ ਮੈਂ ਕਲਿੱਕ ਕਰਕੇ ਨੈਕਸਟ 'ਤੇ ਕਲਿੱਕ ਕਰਤਾ। ਬਸ ਇੰਨੇ ਕੁ ਕੰਮ ਕਰਨ ਨਾਲ ਕੀ ਹੋਊਗਾ, ਪੰਜਾਬੀ ਰਾਵੀ ਵਾਲੀ ਹੈ ਉਹ ਇਸ ਪੀਸੀ ਦੇ ਉੱਤੇ ਸੈਟਅਪ ਹੋ ਜਾਊਗੀ। ਹੁਣ ਆਹ ਕੀ ਹੈ, ਡਿਸਪਲੇ ਲੈਂਗੁਏਜ ਪੈਕ ਇਹ ਔਨ ਕਰ ਲਿਆ। ਇੰਸਟਾਲ ਲੈਂਗੁਏਜ ਪੈਕ ਇਹ ਇੰਸਟਾਲ ਕਰ ਲਿਆ ਤਾਂ ਪੰਜਾਬੀ ਦੀ ਜਿਹੜੀ ਲੈਂਗੁਏਜ ਪੈਕ ਹੈ, ਮਤਲਬ ਪੰਜਾਬੀ ਬੋਲੀਏ ਤਾਂ ਪੰਜਾਬੀ ਟਾਈਪ ਹੋ ਜਾਵੇ, ਜਾਂ ਪੰਜਾਬੀ ਦੇ ਵਿੱਚ ਆਪਾਂ ਮਾਊਸ ਨਾਲ ਅੱਖਰ ਪਾਈਏ ਅਤੇ ਉਹ ਅੱਖਰਾਂ ਤੋਂ ਪੰਜਾਬੀ ਆਪਣੇ ਆਪ ਹੀ ਬਣਾ ਦੇਵੇ। ਇਹ ਉਹ ਹੈਗੀ ਆ ਲੈਂਗੁਏਜ ਪੈਕ, ਇਹ ਇੰਸਟਾਲ ਹੋਣਾ ਹੀ ਹੈ। ਆ ਹੈਗਾ ਸੈਟ ਐਜ਼ ਵਿੰਡੋਜ਼ ਡਿਸਪਲੇ ਲੈਂਗੁਏਜ। ਇਹਦਾ ਮਤਲਬ ਕੀ ਹੈ, ਜੇ ਮੈਂ ਇਹਨੂੰ ਔਨ ਕਰ ਦੂੰਗਾ ਤਾਂ ਜਿੱਦਾਂ ਕਿ ਫਾਈਲ ਐਕਸਪਲੋਰਰ ਹੈ, ਜਾਂ ਜਿੱਦਾਂ ਵਿੰਡੋਜ਼ ਦੇ ਵਿੱਚ ਹੁਣ ਇੰਗਲਿਸ਼ ਲਿਖੀ ਹੁੰਦੀ ਹੈ, ਫਿਰ ਉੱਥੇ ਪੰਜਾਬੀ ਲਿਖੀ ਆਇਆ ਕਰੂਗੀ। ਅਤੇ ਇਹਦੀ ਮੈਨੂੰ ਜ਼ਰੂਰਤ ਨਹੀਂ ਹੈ। ਮੈਂ ਚਾਹੁੰਦਾ ਕਿ ਵਿੰਡੋਜ਼ ਤਾਂ ਇੰਗਲਿਸ਼ 'ਚ ਹੀ ਰਹੇ, ਲੈਂਗੁਏਜ ਪੰਜਾਬੀ ਟਾਈਪਿੰਗ ਵਾਸਤੇ ਯੂਜ਼ ਕਰਨੀ ਹੈ। ਮੈਂ ਇਹ ਕਰਕੇ ਇੰਸਟਾਲ 'ਤੇ ਕਲਿੱਕ ਕੀਤਾ। ਨਾਓ ਪੰਜਾਬੀ ਗੁਰਮੁਖੀ ਐਡ ਹੋ ਗਈ। ਹੁਣ ਜਦੋਂ ਇਹ ਐਡ ਹੋ ਜਾਣੀ ਆ ਨਾ, ਤਾਂ ਇੱਥੇ ਜਦ ਤੁਸੀਂ ਸਟਾਰਟ ਇੰਗਲਿਸ਼ 'ਤੇ ਕਲਿੱਕ ਕਰਦੇ ਹੋ, ਇੱਥੇ ਪਹਿਲਾਂ ਨਹੀਂ ਸੀ, ਹੁਣ ਆ ਗਿਆ। ਇੰਗਲਿਸ਼ 'ਤੇ ਕਲਿੱਕ ਕਰਦੇ ਹੋ, ਇੱਕ ਇੰਗਲਿਸ਼ ਦਾ ਕੀਬੋਰਡ ਹੈ, UK ਦਾ, ਇੱਕ ਗੁਰਮੁਖੀ ਦਾ, ਇੱਕ ਯੂਨਾਈਟਿਡ ਸਟੇਟਸ ਦਾ। ਇਹ 3 ਕੀਬੋਰਡ ਦਿਖਣ ਲੱਗੇ। ਆਪਾਂ US ਤਾਂ ਪਹਿਲਾਂ ਹੈਗਾ ਹੀ ਸੀਗਾ, ਹੁਣ ਆਪਾਂ ਪੰਜਾਬੀ ਗੁਰਮੁਖੀ ਐਡ ਕਰ ਲਿਆ। 1 ਮਿੰਟ ਜੀ, ਇਹ ਪ੍ਰੋਸੈਸ ਕੰਪਲੀਟ ਹੋ ਜਾਵੇ। ਇਹਦੇ ਜਿਹੜੇ ਲੈਂਗੁਏਜ ਪੈਕ ਹੈ ਇੰਸਟਾਲ ਹੋ ਰਿਹਾ। ਹੁਣ ਆਪਾਂ ਨੂੰ ਵਰਡ ਖੋਲ੍ਹ ਕੇ ਦੇਖਦੇ ਹਾਂ ਇਹਦਾ ਕੀ ਇਫੈਕਟ ਹੈ। ਵਰਡ 2016 ਜਾਂ ਜਿਹੜੀ ਵਰਡ ਹੈ ਤੁਹਾਡੇ ਕੋਲ ਉਹ ਖੋਲ੍ਹੀ। ਇਹਦੇ ਵਿੱਚ ਜੇ ਹੁਣ ਆਪਾਂ ਪੰਜਾਬੀ ਲਿਖਣੀ ਹੈ, ਪਹਿਲਾਂ ਇੱਥੇ ਨਵੀਂ ਡਾਕੂਮੈਂਟ ਖੋਲ੍ਹ ਲਈ, ਮੰਨ ਲਓ ਦਿਸ ਵੇ। ਇੱਥੇ ਹੁਣ ਜਿਵੇਂ ਕੁਝ ਟਾਈਪਿੰਗ ਕਰਾਂਗੇ ਤਾਂ ਆਪਣੀ ਪੰਜਾਬੀ ਨਹੀਂ ਇੰਗਲਿਸ਼ ਹੀ ਟਾਈਪ। ਹੁਣ ਜੇ ਅਗਰ ਅਸੀਂ ਪੰਜਾਬੀ ਟਾਈਪਿੰਗ ਕਰਨੀ ਹੈ ਤਾਂ ਆਪਾਂ ਕੀ ਕਰਾਂਗੇ, ਦੇਖੋ ਤੁਸੀਂ ਬਿਲਕੁਲ ਟਾਸਕ ਬਾਰ ਦੇ ਰਾਈਟ ਹੈਂਡ ਸਾਈਡ 'ਤੇ ਨਾ ਇੱਕ ENG, ਇੱਕ ਲੈਂਗੁਏਜ ਦਾ ਸਿੰਬਲ ਲਿਖਿਆ ਹੋਇਆ, ਇਹਨੂੰ ਕਲਿੱਕ ਕਰਦੇ ਹਾਂ। ਇਹਦੇ 'ਚੋਂ ਆਪਾਂ ਪੰਜਾਬੀ ਗੁਰਮੁਖੀ ਚੂਜ਼ ਕਰ ਲੈਂਦੇ ਹਾਂ। ਜਦੋਂ ਗੁਰਮੁਖੀ ਪੰਜਾਬੀ ਚੂਜ਼ ਕੀਤੀ, ਹੁਣ ਆਪਾਂ ਅੱਖਰ ਦੱਬਦੇ ਹਾਂ। ਜਿਵੇਂ ਜੇ ਦੱਬੀ ਤਾਂ ਰਾਰਾ ਪੈ ਗਿਆ, ਕੇ ਦੱਬੀ ਤਾਂ ਕੱਕਾ ਪੈ ਗਿਆ, L ਦੱਬੀ ਤਾਂ ਤੱਤਾ ਪੈ ਗਿਆ, ਸੈਮੀਕੋਲਨ ਦੱਬਿਆ ਤਾਂ ਚੱਚਾ ਪੈ ਗਿਆ। ਇੱਦਾਂ ਆਪਣੇ ਜਿਹੜੀ ਕੀਬੋਰਡ ਆ ਉਹਦੇ 'ਤੇ ਮੈਂ P ਤੋਂ ਪਾਇਆ O, P ਤੋਂ ਪਾਇਆ ਜੱਜਾ, O ਤੋਂ ਪਾਇਆ ਦੱਦਾ, I ਤੋਂ ਪਾਇਆ ਗੱਗਾ, U ਤੋਂ ਪਾਇਆ ਹਾਹਾ, Y ਤੋਂ ਲਿਖਿਆ ਬੱਬਾ, T ਤੋਂ ਲਿਖਿਆ ਦੁਲੈਂਕੜ। ਅਤੇ ਜੇ ਮੈਂ R ਦੱਬੂੰਗਾ ਤਾਂ ਦੁਲੈਂਕੜ ਹਟ ਗਈ, ਬਿਹਾਰੀ ਆ ਗਈ। ਜੇ ਮੈਂ ED ਪਾਊਂਗਾ, E ਪਾਊਂਗਾ ਤਾਂ ਕੰਨਾ, ਉਹ W ਤੋਂ ਦਲਾਵਾਂ ਅਤੇ Q ਤੋਂ ਕਨੌੜਾ। ਇੱਦਾਂ ਇਹ ਅੱਖਰ ਪੰਜਾਬੀ ਦੇ ਕੀ ਸਾਡੇ ਕੀਬੋਰਡ ਤੋਂ ਪੈਣ ਲੱਗੇ। ਤੋ ਇਹਨੂੰ ਆਪਾਂ ਕਹਿੰਦੇ ਹਾਂ ਰਾਵੀ ਪੰਜਾਬੀ। ਇਹਦੇ ਵਿੱਚ ਨਾ ਕੀਬੋਰਡ ਦਾ ਅੱਖਰ ਕਿੱਦਾਂ ਦੇ ਨੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ। 1 ਮਿੰਟ, ਇੱਕ ਮੈਂ ਕਮਾਂਡ ਦੇਣ ਲੱਗਿਆ ਔਨ ਸਕਰੀਨ ਕੀਬੋਰਡ, ਜਿੱਥੋਂ ਇਹ ਪਤਾ ਲੱਗ ਜਾਊਗਾ ਕਿ ਕਿਹੜੇ ਅੱਖਰ ਕਿੱਥੋਂ ਪੈਂਦੇ ਨੇ। ਬਟ ਉਸ ਤੋਂ ਵੀ ਈਜ਼ੀ ਮੈਂ ਤੁਹਾਨੂੰ ਬਾਅਦ ਵਿੱਚ ਇੱਕ ਮੈਪ ਦੇ ਦੂੰਗਾ, ਕੀਬੋਰਡ ਮੈਪ, ਉੱਥੋਂ ਫਿਰ ਤੁਸੀਂ ਹੋਰ ਈਜ਼ੀਲੀ। ਮੈਂ 1 ਮਿੰਟ ਇਹ ਵੀ ਗੱਲ ਕਰਨ ਲੱਗਿਆ ਸੀ। ਇੱਥੇ ਮੈਂ ਜਿਵੇਂ ਔਨ ਸਕਰੀਨ ਕੀਬੋਰਡ ਕਰਨਾ ਹੈ, ਜੇ ਮੈਂ ਟਾਈਪ ਕਰੂੰਗਾ ਉਹ ਤੋਂ ਉਹ ਨਹੀਂ ਪੈਣਾ, ਦੱਦਾ ਪੈ ਗਿਆ। ਤਾਂ ਕਰਕੇ ਮੈਂ ਇੱਥੋਂ ਫਿਰ ਪੰਜਾਬੀ ਨੂੰ ਇੰਗਲਿਸ਼ ਕਰ ਲਵਾਂ। ਅਤੇ ਹੁਣ ਮੈਂ ਲਿਖਾਂ ਔਨ ਸਕਰੀਨ ਕੀਬੋਰਡ। ਇਹਦੇ 'ਤੇ ਜਦੋਂ ਕਲਿੱਕ ਕਰਦਾ ਹਾਂ ਤਾਂ ਮੈਨੂੰ ਸਾਡਾ ਕੀਬੋਰਡ ਦਿਖਣ ਲੱਗਿਆ। ਅਤੇ ਜੇ ਅਗਰ ਮੈਂ ਇੱਥੇ ਇੰਗਲਿਸ਼ ਦੀ ਜਗ੍ਹਾ 'ਤੇ ਸਪੋਜ਼ ਕਰੋ ਮੈਂ ਗੁਰਮੁਖੀ ਪੰਜਾਬੀ ਟਾਈਪ ਕਰ ਲਈ ਤਾਂ ਇੱਥੇ ਸਾਡਾ ਕੀਬੋਰਡ ਬਣ ਗਿਆ। ਇੱਥੋਂ ਹੀ ਪਤਾ ਲੱਗਦਾ
कि नॉर्मली बिना शिफ्ट तो जे मैं आ दबूंगा, ये है ब्रैकेट स्टार्ट, ये ब्रैकेट क्लोज है, ये ब्रैकेट स्टार्ट है, ये POIUY, इधरों QWERT ये अखर ने। तो ये अखरां नूं टाइप करन वास्ते ट्यूटोरियल मैं अगे दिखाउणा तुहानूं। हाले आपां सिर्फ इन्ना क सिख लिया कि आपां पंजाबी टाइपिंग करन वास्ते रावी नूं किद्दां इंस्टॉल करना है, जदों इंस्टॉल हो गया तो किद्दां स्विच करना है। यस, वन मोर थिंग, जिवें हुण मैं विंडो की प्रैस करन लग्या, कीबोर्ड तो मैं विंडो की प्रैस कर ली, हुण मैं स्पेस दबी, ਜਦੋਂ मैं विंडो की प्रैस करके स्पेस दबी तो की होया, तुसीं देखो साइकिल चल पैना है। हुण आपां इंग्लिश UK ते आ गए, फिर दबांगे इंग्लिश US आ गए, फिर दबांगे पंजाबी दे आ गए। मैं हाले भी छड्डी नहीं है विंडो की। जे मैं स्पेस दब के जिहड़ी मैनूं लैंगुएज चाहिदी है टाइपिंग वास्ते, मैं जदों वो चूज होगी उदों मैं विंडो भी छड्ड दूँगा। जदों छड्डती तो हुण इंग्लिश का कीबोर्ड आ गया, US का देखो, फिर अल्टर स्पेस दबी गुरमुखी का आ गया, अल्टर स्पेस दबी UK का आ गया, अल्टर स्पेस दबी इंग्लिश US का आ गया। इस तरह अल्टर स्पेस नाल आपां क्विकली एक लैंगुएज तो दूजी लैंगुएज कीबोर्ड नूं बदल सकते हैं। ਇਹ मैं एक चीज़ दसनी चाहता सी होर एक, जिवें आपां शिफ्ट दब दिंदे आ, शिफ्ट नाल अखर ये पैंदे ने, बिना शिफ्ट तो आ पैणगे। कैप्स लॉक वही गल है जो शिफ्ट का नहीं, कैप्स लॉक का काम वो नहीं है जो शिफ्ट का है। कैप्स लॉक कल्ले चेंज करती है इंग्लिश तो इंग्लिश तो संभाल लो, पंजाबी में भी गल जरूरी है। ਜਿਹੜੇ अखर शिफ्ट नाल पाने आ, जे आपां कैप्स लॉक ऑन कर लीए तो वो नहीं पैने, उही पैने आ। कैप्स लॉक पंजाबी के उत्ते कीबोर्ड ते असर नहीं करता, शिफ्ट ही काम करता है। जिदा मैं हा ते ङा इक्को अखर तो पैंदा है, ये पैंदा है QWERT, इधरों आ गया HJK, ASDFGF, जिमें चलो F है, F तो जे मैं शिफ्ट दब के F पाऊँगा तो फफा पऊगा, जे मैं शिफ्ट तो बगैर पाऊँगा तो पप्पा पऊगा। पर इत्थे ये भी गल एक तुसीं ध्यान च रखो कि ये अखर ऐ नहीं हैगा भी के तो कक्का पैना, बी तो बब्बा पैना। ये जिहड़े फॉन्ट ने रावी वाले दे विच अखरां दा कोई वो हिसाब नहीं हैगा, फनैटिक फॉन्ट नहीं हैगे, इनूं आपां कहने इनस्क्रिप्ट फॉन्ट। इहदे विच इन्हां ने अपने ही एक हिसाब लाया है, पता नहीं कित्थों हिसाब लाया इन्हां ने कि किहड़े अखर तो की पैना है, ये सानूं याद करने पैंदे ने। ये प्रैक्टिस नाल याद हो जांदे ने। प्रैक्टिस किवें करनी है, दिस आई विल कवर लेटर इन दिस ट्यूटोरियल, इन दिस वीडियो। हुण मैं तुहानूं दसदा जिहड़ा फॉन्ट आपां पहलां इंस्टॉल कीता रावी, उहदे विच अखरां दी याद करना या प्रैक्टिस करनी थोड़ी अलग डिफिकल्ट है, या थोड़ा अलग उन्होंने करनी पैनी है तां नहीं है। एक होर ईजी वे है, पंजाबी दे रावी वर्गे ही फॉन्ट ने, इन्नियां यूनीकोड ही फॉन्ट है, लेकिन उहदे विच बेनीफिट ये है कि ए तो आड़ा, बी तो बब्बा, सी तो चचा, डी तो दद्दा, इदा सीधे जे फनैटिक टाइप के अखर फॉन्ट ने कि आपां नूं याद करना ईजी है। जे पंजाबी जे इंग्लिश की टाइपिंग आउंदी है तो इंग्लिश के अखरां नाल ही आपां पंजाबी टाइपिंग कर लैंदे हैं, किवें क्योंकि उन्हां नाल मिलदे जुलदे फॉन्ट ने, वो उदां दे उन्हां दे मिलदे जुलदे की स्टॉक्स ने। तो उहदे वास्ते मैं तुहानूं इंस्टॉल करने का तरीका करके दिखाउणा। एक साडी अपनी ही वैबसाइट है nlca.saneworld.com/admin। इस साइट नूं आपां ओपन करियो, /admin पिछे लिखना है, nlci.saneworld.com/admin। ਜਦੋਂ ਇਹ ਖੋਲਦੇ हैं ना तो ਇਹਦੇ ਵਿੱਚ डाउनलोड्स ਤੇ ਇੱਕ मैं लिंक ਦਿੱਤਾ ਹੋਇਆ, ਇਹਦੇ ਵਿੱਚ मैं एक सॉफ्टवेयर ਕਿਤੋਂ ਨਾ ਕਿਤੋਂ ਲੱਭ ਕੇ अपलोड ਕੀਤਾ ਹੋਇਆ। ਤੁਸੀਂ ਇਹ ਵਾਲਾ सॉफ्टवेयर डाउनलोड कर सकते हो ਕਿਸੇ ਵੀ PC ਤੇ, विंडोज 7 ਹੋਣ ਤਾਂ ਵੀ, विंडोज 10 ਹੋਣ ਤਾਂ ਵੀ, विंडोज 7 ਤੋਂ ਥੱਲੇ ਤਾਂ ਹੁਣ ਹੈ ਹੀ ਨਹੀਂ ਕਿਤੇ। तो मैं ਇਹਨੂੰ क्लिक करदा ਤਾਂ ਇਹ सॉफ्टवेयर एक फाइल है, ये डाउनलोड हो जाएगी zip फाइल, एनीवेयर जिथे तुसीं चाहो उत्थे डाउनलोड कर लो। मैं इनू डैस्कटॉप ते डाउनलोड करन लग गया। डैस्कटॉप ते फाइल डाउनलोड हो जानी है। उस तो बाद ये फाइल नू मैं ये जिप फाइल है अनजिप करूँगा। अनजिप करके मैं इनू ओपन शो इन फोल्डर से क्लिक करके ना पहले मैं फोल्डर च ओपन करदा, फिर इनू मैं हुण ओपन करूँगा फाइल एक्सप्लोरर च ही। मैं ओपन विद विंडोज एक्सप्लोरर च खोल लिया। इस फोल्डर के विचों ये मतलब जिप फाइल के फोल्डर पई है, मैं इनू कॉपी करके कित्थे रखन लग्या, डैस्कटॉप पर रख देना, पेस्ट करता। ये जिहड़ी
देखो है कोई आवाज़ आई है। ये जी एप्लीकेशन है ये सर ਜਦੋਂ ਹੁਣ मैं उस सॉफ्टवेयर ਨੂੰ ਇੱਥੇ ਅਨਜ਼ਿਪ ਕੀਤਾ ਇਹਦੇ ਵਿੱਚ ਆ ਫੋਲਡਰ ਹੈ ਇਸ ਫੋਲਡਰ ਨੂੰ ਓਪਨ ਕਰਦਾ ਇਹਦੇ ਅੰਦਰ ਇੱਕ ਸੈਟਅਪ ਨਾਂ ਦੀ ਇੱਕ exe ਫਾਈਲ ਹੈ ਇਹਨੂੰ ਰਨ ਕਰ ਦਿਓ। ਇਹਨੂੰ ਰਨ ਕਰਨ ਨਾਲ ਕੀ ਹੁੰਦਾ ਆ ਡੂ ਨੋਟ ਰਨ ਨਹੀਂ ਮੋਰ ਇਨਫੋਰਮੇਸ਼ਨ ਤੇ ਕਲਿੱਕ ਕਰੋ। ਕੀ ਹੁੰਦਾ ਨਾ ਵਿੰਡੋਜ਼ ਨੂੰ ਜਦੋਂ ਲੱਗਦਾ ਕਿ ਕੋਈ ਸੌਫਟਵੇਅਰ ਆਪਾਂ ਇੰਟਰਨੈਟ ਤੋਂ ਡਾਊਨਲੋਡ ਕੀਤਾ ਤਾਂ ਉਹਦਾ ਜਿਹੜਾ ਡਿਫੈਂਡਰ ਹੈ ਉਹ ਰੋਕ ਰਿਹਾ ਵੀ ਇਹ ਸਕਰੀਨ ਨੂੰ ਤਾਂ ਆ ਗਈ ਕਿ ਵੀ ਜਿਹੜੀ ਐਪਲੀਕੇਸ਼ਨ ਹੈ ਇਹ ਕਿਸੇ ਆਥੋਰਾਈਜ਼ ਸੋਰਸ ਤੋਂ ਨਹੀਂ ਹੈਗੀ ਇਹ 'ਤੇ ਟਰਸਟ ਨਹੀਂ ਕਰਨਾ ਚਾਹੀਦਾ ਹੈਗਾ। ਆਪਾਂ ਇਹਨੂੰ ਮੋਰ ਇਨਫੋ 'ਤੇ ਕਲਿੱਕ ਕਰਕੇ ਕਹਿਣਾ ਵੀ ਨੋ ਪ੍ਰੋਬਲਮ ਰਨ ਇਟ ਐਨੀਵੇ ਆਈ ਹੈਵ ਅ ਫੁੱਲ ਟਰਸਟ ਔਨ ਦਿਸ exe ਫਾਈਲ नो प्रॉब्लम। ਹੁਣ ਜਦੋਂ ਮੈਂ ਇਹਨੂੰ ਯੈਸ ਕਰ ਦਿੰਦਾ ਹੈ ਨਾ ਆਹ ਤਾਂ ਬੰਦ ਕਰਿਓ ਇਹਨੂੰ ਯੈਸ ਕਰਦਾ ਤਾਂ ਇਹ ਐਪਲੀਕੇਸ਼ਨ ਇੰਸਟਾਲ ਹੋਣਾ ਸ਼ੁਰੂ ਹੋ ਗਈ ਇੰਸਟਾਲ ਮੈਸੇਜ ਆ ਗਿਆ ਇੰਸਟਾਲੇਸ਼ਨ ਕੰਪਲੀਟ। ਤੇ ਹੁਣ ਤੁਹਾਨੂੰ ਇੱਥੇ ਇੱਕ ਹੋਰ ਚੀਜ਼ ਮਿਲ ਗਈ ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਇਹ ਇੱਕ ਮਿੰਟ ਜੀ ਇੱਥੇ ਕਲਿੱਕ ਕਰਦੇ ਹੋ ਇਹ ਆ ਗਿਆ ਪੰਜਾਬੀ ਗੁਰਮੁਖੀ ਕੀਬੋਰਡ ਬੇਸਡ ਔਨ ਅਨਮੋਲ ਲਿਪੀ। ਆ ਪੰਜਾਬੀ ਗੁਰਮੁਖੀ ਉਹ ਆ ਰਾਵੀ। ਆ ਇੱਕ ਨਵਾਂ ਉਹ ਸੌਫਟਵੇਅਰ ਜਿਹੜਾ ਮੈਂ ਇੰਸਟਾਲ ਕੀਤਾ ਉਹਦੇ ਨਾਲ ਮਿਲਿਆ। ਇਹਦਾ ਮੈਨੂੰ ਇੱਕ ਐਕਸਟਰਾ ਬੈਨੀਫਿਟ ਇਹ ਹੈ ਕਿ ਇਸ ਕੀਬੋਰਡ ਨਾਲ ਮੈਂ ਈਜ਼ੀਲੀ ਪੰਜਾਬੀ ਲਿਖ ਸਕਦਾ। ਮੈਨੂੰ ਇੰਗਲਿਸ਼ ਦੀ ਟਾਈਪਿੰਗ ਹੁੰਦੀ ਹੈ ਤਾਂ ਪੰਜਾਬੀ ਲਿਖਣੀ ਆਸਾਨ ਹੋ ਜਾਂਦੀ ਹੈ। ਮੈਂ ਦੇਖੋ ਇੱਥੇ ਲਿਖ ਕੇ ਦਿਖਾਉਣਾ ਗੁਰਮੁਖੀ। ਇੱਥੇ ਮੈਂ ਲਿਖਣ ਲੱਗਿਆ ਆਪਣਾ ਨਾਮ ਲਿਖਦਾ ਗੁਲਸ਼ਨ ਜੀ ਦੱਬੀ ਜੀ ਨਾਲ ਗੱਗਾ ਪੈ ਗਿਆ ਯੂ ਨਾਲ ਓਂਕੜ ਐਲ ਨਾਲ ਲੱਲਾ ਐਸ ਨਾਲ ਤਾਂ ਪੈਣਾ ਸੱਸਾ ਪਰ ਜੇ ਮੈਂ ਐਸ ਕੈਪੀਟਲ ਪਾਉਣੀ ਹੈ ਤਾਂ ਸ਼ਿਫਟ ਐਸ ਪਾਉਂਗਾ ਸ਼ਸ਼ਾ ਐਨ ਨੰਨਾ। ਹੁਣ ਜਿਵੇਂ ਜਿੱਦਾਂ ਮੈਂ ਇੱਥੇ ਕੱਕਾ ਕੇ ਦੱਬਿਆ ਤਾਂ ਕੱਕਾ ਆ ਗਿਆ ਯੂ ਨਾਲ ਔਂਕੜ ਪੈ ਗਈ ਐਮ ਨਾਲ ਮੰਮਾ ਪੈ ਗਿਆ ਕੰਨਾ ਉਹ ਡਬਲਯੂ ਨਾਲ ਪੈਣਾ ਇੰਨਾ ਕਿ ਥੋੜ੍ਹਾ ਯਾਦ ਰੱਖਣਾ ਪਊਗਾ ਆਰ ਤੋਂ ਰਾਰਾ। ਇਸ ਤਰੀਕੇ ਨਾਲ ਕਿ ਜੇ ਪੰਜਾਬੀ ਦੀ ਟਾਈਪਿੰਗ ਕਿਸ ਦੀ ਆਉਂਦੀ ਹੈ ਤਾਂ ਉਹ ਇੰਗਲਿਸ਼ ਦੀ ਟਾਈਪਿੰਗ ਅਗਰ ਕਿਸ ਨੂੰ ਆਉਂਦੀ ਹੈ ਤਾਂ ਪੰਜਾਬੀ ਦੀ ਟਾਈਪਿੰਗ ਬੜੇ ਆਰਾਮ ਨਾਲ ਉਹ ਕਰ ਸਕਦਾ ਹੈ। ਇਹ ਅਨਮੋਲ ਲਿਪੀ ਬੇਸਡ ਫੌਂਟ ਹੈ। ਇਹ ਯਾਦ ਕਰਨਾ ਤੇ ਸਮਝਣਾ ਤੇ ਯੂਜ਼ ਕਰਨਾ ਈਜ਼ੀ ਹੈ। ਜਿਨ੍ਹਾਂ ਨੂੰ ਗਵਰਨਮੈਂਟ ਜੌਬ ਦੀ ਪ੍ਰੋਬਲਮ ਨਹੀਂ ਹੈ ਜਿਨ੍ਹਾਂ ਨੂੰ ਇਹ ਨਹੀਂ ਹੈ ਕਿ ਮੈਂ ਗਵਰਨਮੈਂਟ ਜੌਬ ਦੀ ਪ੍ਰੈਪਰੇਸ਼ਨ ਕਰਨ ਵਾਸਤੇ ਸਿੱਖਣਾ ਹੈ ਉਹ ਇਹ ਯੂਜ਼ ਕਰਨ ਤੇ ਬਟ ਜਿਨ੍ਹਾਂ ਨੇ ਗਵਰਨਮੈਂਟ ਜੌਬ ਵਾਸਤੇ ਸਿੱਖਣਾ ਉਹਨੂੰ ਰਾਵੀ ਸਿੱਖਣਾ ਦੀ ਮਜ਼ਬੂਰੀ ਹੈ ਕਿਉਂਕਿ ਗਵਰਨਮੈਂਟ ਦੇ ਐਸਐਸ ਬੋਰਡ ਵੱਲੋਂ ਇਹ ਨੋਟੀਫਾਈਡ ਹੈ ਕਿ ਅਸੀਂ ਜਿਹੜਾ ਪੰਜਾਬੀ ਦਾ ਟੈਸਟ ਹੈ ਉਹ ਰਾਵੀ 'ਚ ਲੈਣਾ ਹੈ। ਤੋ ਅੱਗੇ ਇਸੇ ਹੀ ਵੀਡੀਓ ਦੇ ਮੈਂ ਨੈਕਸਟ ਪਾਰਟ ਵਿੱਚ ਕਰਵਾਉਣ ਲੱਗਿਆ ਹਾਂ ਰਾਵੀ ਫੌਂਟ ਨੂੰ ਕਿੱਦਾਂ ਯੂਜ਼ ਕਰਨਾ ਹੈ ਉਹਦਾ ਟਿਊਟੋਰੀਅਲ ਜੀ। ਹੁਣ ਮੈਂ ਇਸ ਸਕਰੀਨ ਤੇ ਤੁਹਾਨੂੰ ਇਹ ਦਿਖਾਉਣਾ ਰਾਵੀ ਜਿਹੜੀ ਗਵਰਨਮੈਂਟ ਜੌਬ ਵਾਲੀ ਹੈ ਜਿਹੜੀ ਗਵਰਨਮੈਂਟ ਟੈਸਟ ਵਾਸਤੇ ਯੂਜ਼ ਕਰਦੇ ਨੇ ਟਾਈਪਿੰਗ ਦਾ ਉਹਦੇ ਵਿੱਚ ਕੀ ਹੁੰਦਾ ਹੈ ਕਿ ASDF GHJKL ਸੈਮੀਕੋਲਨ ਤੇ ਕੋਮਾ ਇਹ ਜਿਹੜੀ ਇੱਕ ਵਿਚਕਾਰ ਮੇਨ ਰੋ ਹੈ ਜਿਹਨੂੰ ਆਪਾਂ ਹੋਮ ਕੀ ਕਹਿੰਦੇ ਆ ਜਿਹਨੂੰ ਆਪਾਂ ਕੀਬੋਰਡ ਦੇ ਹੋਮ ਕੀਜ਼ ਹੀ ਕਹਿੰਦੇ ਨੇ ਹੋਮ ਲਾਈਨ ਹੈ ਜਿਹੜੀ ਇਹਦੇ ਵਿੱਚ ਜਿਹੜੇ ਅੱਖਰ ਨੇ ਉਹ ਕਿਵੇਂ ਕਿ ਏ ਤੋਂ ਹੋੜਾ ਪੈਂਦਾ ਆ ਬਿਨਾਂ ਸ਼ਿਫਟ ਤੋਂ ਜੇ ਸ਼ਿਫਟ ਨਾਲ ਪਾਓਗੇ ਤਾਂ ਊੜੇ ਨੂੰ ਹੋੜਾ ਪੈ ਜਾਊਗਾ ਉਹ ਆ ਲਾਵਾਂ ਏ ਇੱਦਾਂ ਹੀ ਇਹ ਸਾਰੇ ਅੱਖਰ ਮੈਂ ਤੁਹਾਨੂੰ ਦਿੱਤੇ ਹੋਏ ਨੇ ਤੁਸੀਂ ਇਹਦੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਮੈਂ ਇੱਕ ਵੈਬਸਾਈਟ ਦਾ ਵੀ ਲਿੰਕ ਬਾਅਦ 'ਚ ਦਊਂਗਾ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਿੱਥੋਂ ਤੁਸੀਂ ਇਹ ਪੇਜ ਡਾਊਨਲੋਡ ਵੀ ਕਰ ਸਕਦੇ ਹੋ। ਸੋ ਇਹ ਇੱਕ ਲਾਈਨ ਦੇ ਅੱਖਰ ਨੇ ਜਿਵੇਂ HJKL ਸੈਮੀਕੋਲਨ ਇਨਵਰਟਡ ਕੋਮਾ ਸਟਾਰਟ ਬਿਨਾਂ ਸ਼ਿਫਟ ਨੂੰ ਦੱਬੋਗੇ ਤਾਂ ਕੀ ਪਊਗਾ ਸ਼ਿਫਟ ਫੜ ਕੇ ਦੱਬੋਗੇ ਤਾਂ ਕੀ ਪਊਗਾ ਇਸ ਤਰ੍ਹਾਂ ਹੀ ਹੇਠਾਂ ਚੱਲੀਏ। ਨੈਕਸਟ ਲਾਈਨ ਕਿਊ ਵਾਲੀ ਹੈ QWERT ਵਾਲੀ ਲਾਈਨ ਉਹਦੇ ਵਿੱਚ ਕਿਹੜੇ ਕਰੈਕਟਰ ਕਿਹੜੇ ਕੀ ਨਾਲ ਕਿਹੜੇ ਅੱਖਰ ਪੈਣੇ ਆ ਉਹ ਆ ਚਾਰਟ ਦਿੱਤਾ ਹੋਇਆ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ। ਮੈਂ ਯੈਸ ਲੈ ਲਓ ਸਕਰੀਨਸ਼ਾਟ ਤੇ ਇਸ ਤੋਂ ਥੱਲੇ ਚੱਲਦੇ ਆ ZXC ਜਿਹੜੀ ਹੇਠਲੀ ਲਾਸਟ ਲਾਈਨ ਹੈ ਉਹਦੇ ਵਿੱਚ ਕਿਹੜੇ ਕਰੈਕਟਰ ਕਿਹੜੇ ਕੀ ਤੋਂ ਪੈਣੇ ਆ ਉਹਦਾ ਵੀ ਇਹ ਚਾਰਟ ਦਿੱਤਾ ਹੋਇਆ ਯੂ ਕੈਨ ਟੇਕ ਸਕਰੀਨਸ਼ਾਟ ਔਰ ਯੂ ਕੈਨ ਨੋਟ ਡਾਊਨ ਜਾਂ ਤੁਸੀਂ ਪ੍ਰਿੰਟ ਕਢਵਾ ਲਿਓ ਮੈਂ ਤੁਹਾਨੂੰ ਲਿੰਕ ਵਿੱਚ ਪਾ ਕੇ ਦਊਂਗਾ ਬਾਅਦ 'ਚ। ਸ਼ਿਫਟ ਤੋਂ ਬਗੈਰ ਜੇ ਆਪਾਂ ਡਿਜਿਟਸ ਪਾਉਂਦੇ ਆ 0 ਤੋਂ ਲੈ ਕੇ 9 ਤੱਕ ਉਹ ਤਾਂ ਸਿੰਪਲੀ ਡਿਜਿਟਸ ਵਾਸਤੇ ਕੰਮ ਹੋਣਗੀਆਂ 1 2 3 9 ਅਪ ਟੂ 0 ਤੱਕ ਤੇ ਜੇ ਸ਼ਿਫਟ ਫੜ ਕੇ 1 2 ਪਾਉਂਦੇ ਤਾਂ 1 ਤੋਂ ਵਾਵਾ ਪੈਰ 'ਚ ਪਊਗਾ 2 ਤੋਂ ਯਈਆ ਪੈਰ 'ਚ ਪਊਗਾ 3 ਨਾਲ ਰਾਰਾ ਪੈਰ 'ਚ ਪਊਗਾ 4 ਤੋਂ ਅੱਧਕ ਪਊਗਾ ਤੇ 5 6 ਖਾਲੀ ਨਹੀਂ ਇਹਨਾਂ ਨਾਲ ਕੋਈ ਪੰਜਾਬੀ ਦਾ ਅੱਖਰ ਨਹੀਂ ਪੈਂਦਾ ਰਾਵੀ ਵਾਲਾ। ਤੋ ਇਹਨਾਂ ਦੀ ਤੁਸੀਂ ਵਰਤੋਂ ਕਿਵੇਂ ਕਰੋਗੇ
ਟਾਈਪਿੰਗ ਸਪੀਡ ਵਧਾਉਣ ਵਾਸਤੇ ਵੀ ਇੱਕ ਸਪੈਸੀਫਿਕ ਤਰੀਕਾ ਆ, ਮੈਂ ਉੱਤੇ ਵੀ ਤੁਹਾਨੂੰ ਹੁਣੇ ਲੈ ਕੇ ਜਾਣਾ। ਯੈਸ, ਪੰਜਾਬੀ ਦੀ ਟਾਈਪਿੰਗ ਦੀ ਜਿਹੜੀ ਸਪੀਡ ਹੈ ਉਹਨੂੰ ਇੰਪਰੂਵ ਕਰਨ ਵਾਸਤੇ, ਇਨਕਰੀਜ਼ ਕਰਨ ਵਾਸਤੇ, ਪ੍ਰੈਕਟਿਸ ਕਰਨ ਵਾਸਤੇ ਮੈਂ ਇੱਕ ਟਿਊਟੋਰੀਅਲ ਬਣਾਇਆ। ਇਹ ਜਿਹੜੀ ਫਾਈਲ ਮੈਂ ਹੁਣ ਇਸ ਟਾਈਮ ਖੋਲ੍ਹੀ ਹੋਈ ਹੈ, ਇਸ ਫਾਈਲ ਨੂੰ ਡਾਊਨਲੋਡ ਕਰਨ ਦਾ ਮੈਂ ਲਿੰਕ ਡੈਫੀਨੇਟਲੀ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪਾ ਦੇਣਾ ਹੈ। ਤੁਸੀਂ ਡਿਸਕ੍ਰਿਪਸ਼ਨ 'ਚੋਂ ਇਹਦਾ ਲਿੰਕ ਯੂਜ਼ ਕਰਕੇ ਡਾਊਨਲੋਡ ਕਰਕੇ ਫਾਈਲ ਤੋਂ ਤੁਸੀਂ ਐਕਸਟਰਾ ਨੌਲੇਜ ਲੈ ਸਕਦੇ ਹੋ। ਜਿਵੇਂ ਇਹਦੇ 'ਚ ਮੈਂ ਲਿਖਿਆ ਹੈ ਯੂਨੀਕੋਡ ਪ੍ਰਣਾਲੀ ਬਾਰੇ ਜਾਣਕਾਰੀ ਲਿਖੀ ਹੋਈ ਹੈ, ਬਹੁਤ ਵਧੀਆ ਜਾਣਕਾਰੀ ਹੈ। ਮੈਂ ਹੁਣ ਪੜ੍ਹ ਕੇ ਨਹੀਂ ਸੁਣਾਉਂਦਾ, ਤੁਸੀਂ ਡਾਊਨਲੋਡ ਕਰਕੇ ਖੁਦ ਪੜ੍ਹ ਲਈਓ। ਮੈਂ ਇਹਦਾ ਲਿੰਕ ਡੈਫੀਨੇਟਲੀ ਪਾ ਹੀ ਦੇਣਾ ਆ। ਉਸ ਤੋਂ ਅੱਗੇ ਚੱਲੀਏ। ਇੱਥੇ ਇਹ ਤੁਸੀਂ ਚਾਹੇ ਡਾਊਨਲੋਡ ਕਰਕੇ ਪ੍ਰਿੰਟ ਕਰਾ ਕੇ ਉਹਨੂੰ ਯੂਜ਼ ਕਰਕੇ ਪ੍ਰਿੰਟਰ ਪੇਪਰ ਤੋਂ ਇਹਨੂੰ ਪ੍ਰੈਕਟਿਸ ਕਰ ਸਕਦੇ ਹੋ। ਮੈਂ ਇਹ ਜਿਹੜੀ ਫਾਈਲ ਹੈ ਇਹਦੇ 'ਚ ਮੈਂ ਬਹੁਤ ਡਿਟੇਲ ਨਾਲ ਇਹ ਦੱਸਿਆ ਕਿ ਤੁਸੀਂ ਕਿਵੇਂ ਪ੍ਰੈਕਟਿਸ ਕਰਨੀ ਹੈ। ਆਹ ਤਾਂ ਕੀਬੋਰਡ ਬਾਰੇ ਜਿਹੜਾ ਪਹਿਲਾਂ ਮੈਂ ਦਿਖਾ ਚੁੱਕਿਆ ਉਹੀ ਸੇਮ ਹੈ। ਇਹਨੂੰ ਮੈਂ ਸਕਿਪ ਕਰਦਾ। ਨੈਕਸਟ ਫਸਟ ਪਾਰਟ ਹੈ, ਫਸਟ ਲੈਸਨ ਹੈ ASD ਫੁੱਲ ਲਾਈਨ ਬਿਨਾਂ ਸ਼ਿਫਟ ਤੋਂ ਤੁਸੀਂ ਕਿਵੇਂ ਟਾਈਪ ਕਰਨੀ ਹੈ। ਦੇਖੋ ASDFG ਇਹ ਜਿਹੜੇ 5 ਕਰੈਕਟਰਸ ਨੇ ਨਾ, ਇਹ 5 ਅੱਖਰ ਨੇ ਨਾ, ਇਹਨਾਂ ਨੂੰ ਤੁਸੀਂ ਇਹਨਾਂ 4 ਉਂਗਲਾਂ ਟਾਈਪ ਕਰਨਾ। ਇਹਦੇ ਨਾਲ ASDF, ਇਹਦੇ ਨਾਲ ਹੀ G। ਪਰ A ਤੋਂ A ਨਹੀਂ ਪੈਣੀ, ਇਹ ਤੋਂ ਪੈਣਾ ਹੋੜਾ। ਹੋੜਾ ਇਕੱਲਾ ਪੈ ਨਹੀਂ ਸਕਦਾ। ਇੱਦਾਂ ਹੀ S ਤੋਂ ਪੈਣਾ ਹੈ ਲਾਵਾਂ, ਉਹ ਵੀ ਨਹੀਂ ਇਕੱਲੀਆਂ ਪੈ ਸਕਦੀਆਂ। D ਤੋਂ ਪੈਣਾ ਹਲੰਤ। ਹਲੰਤ ਦਾ ਮਤਲਬ ਹੈ ਵੀ ਇਹ D ਤੋਂ ਬਾਅਦ ਜਿਹੜਾ ਆਪਾਂ ਅੱਖਰ ਪਾਵਾਂਗੇ ਛੋਟਾ ਪਊਗਾ। ਜਿਵੇਂ ਆਪਾਂ D ਤੋਂ ਬਾਅਦ ਰਾਰਾ ਪਾ ਦੀ ਤਾਂ ਪੈਰ 'ਚ ਰਾਰਾ ਪੈ ਜਾਊਗਾ। ਇੱਦਾਂ ਹੀ ਇੱਥੋਂ ਪੈਂਦੀ ਹੈ ਸਿਹਾਰੀ, ਅਤੇ ਇਸੇ ਤੋਂ ਹੀ ਪੈਣਾ ਅੱਗੇ ਜਾ ਕੇ ਔਂਕੜ। ਤੋ ਮੈਂ ਪ੍ਰੈਕਟਿਸ ਵਾਸਤੇ ਐਂ ਸਮਝਾਇਆ ਕਿ ਤੁਸੀਂ ਕੀ ਕਰਿਓ, ਜਦੋਂ ਇਹ ਇਕੱਲਾ ਤਾਂ ਪੈ ਨਹੀਂ ਸਕਦਾ ਹੈਗਾ, ਪਹਿਲਾਂ ਤੁਸੀਂ ਇਹ ਹੱਥ ਦੀ L ਲੱਭਦੇ ਹੋ। L ਨਾਲ ਪੈ ਜਾਊਗਾ ਤੱਤਾ, ਤੋ LA ਹੋੜਾ ਪੈ ਜਾਊਗਾ, ਤੋਂ ਪੈ ਜਾਊਗਾ। ਫਿਰ LS ਤੇ ਹੀ ਪੈ ਜਾਊਗਾ। LDJ L ਦੱਬਣ ਨਾਲ ਤਾ ਪੈ ਜਾਊਗਾ, D ਤੋਂ ਬਾਅਦ J ਦੱਬਣ ਨਾਲ ਪੈਰ 'ਚ ਰਾ ਪੈ ਜਾਊਗਾ, ਤੱਤੇ ਦੇ ਪੈਰ 'ਚ ਰਾਰਾ। ਫਿਰ LF ਤੱਤੇ ਨੂੰ ਸਿਹਾਰੀ, ਫਿਰ LG ਤੱਤੇ ਨੂੰ ਔਂਕੜ। ਇੱਦਾਂ ਮੈਂ ਲੈਸਨ ਬਣਾ ਕੇ ਦਿੱਤਾ ਤੁਹਾਨੂੰ, ਉਹ ਰੈੱਡ ਕਰੈਕਟਰਸ ਦੇ ਵਿੱਚ ਹੈ। ਇਹੀ ਤੁਸੀਂ ਡਾਊਨਲੋਡ ਕਰਕੇ ਇਹਦਾ ਪ੍ਰਿੰਟ ਯੂਜ਼ ਕਰਕੇ ਸਾਹਮਣੇ ਰੱਖ ਕੇ ਪ੍ਰੈਕਟਿਸ ਕਰ ਸਕਦੇ ਹੋ। ਕੰਸਨਟ੍ਰੇਸ਼ਨ ਦੇ ਨਾਲ, ਧਿਆਨ ਨਾਲ ਜੇ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਨੋ ਡਾਊਟ ਤੁਸੀਂ 6 ਹੀ ਲੈਸਨ ਨੇ, 6 ਲੈਸਨਾਂ ਦੇ ਉੱਤੇ ਤੁਸੀਂ ਕੰਸਨਟਰੇਟ ਹੋ ਕੇ 2-2 ਦਿਨ ਵੀ ਲਗਾਓਗੇ ਤਾਂ 12 ਦਿਨ 'ਚ ਤੁਹਾਡੀ ਇੰਨੀ ਕੁ ਪ੍ਰੈਕਟਿਸ ਹੋ ਜੂਗੀ ਕਿ ਤੁਸੀਂ ਬਿਨਾਂ ਦੇਖੇ ਟਾਈਪਿੰਗ ਕਰ ਸਕਦੇ ਹੋ। ਬਾਕੀ ਡਿਪੈਂਡ ਕਰਦਾ ਹੈ ਕੰਸਨਟ੍ਰੇਸ਼ਨ ਕਿੰਨੀ ਦਿੰਦੇ ਹੋ, ਉਸ ਨਾਲ ਤੁਸੀਂ ਟਾਈਮ ਨੂੰ ਘਟਾ ਵੀ ਸਕਦੇ ਹੋ ਅਤੇ ਵਧਾਈ ਵੀ ਜਾ ਸਕਦੇ ਹੋ। ਬਟ ਯੂ ਕੈਨ ਡੂ ਇਟ। ਫਿਰ ਇਸ ਤਰ੍ਹਾਂ ਹੀ ਦੂਜੇ ਪਾਸਿਓਂ ਜਿਹੜੀ ਇਹ ਛੋਟੀ ਉਂਗਲ ਹੈ ਨਾ, 2 ਅੱਖਰ ਪੈਣੇ ਆ, ਅਪੋਸਟ੍ਰੋਫ ਅਤੇ ਸੈਮੀਕੋਲਨ। ਅਪੋਸਟ੍ਰੋਫ ਤੋਂ ਟੈਂਕਾ ਪੈਂਦਾ, ਸੈਮੀਕੋਲਨ ਤੋਂ ਚੱਚਾ ਪੈਂਦਾ। ਫਿਰ ਉਸ ਤੋਂ ਨੈਕਸਟ ਉਂਗਲ ਉਹਦੇ ਨਾਲ ਤੱਤਾ, L ਤੋਂ ਤੱਤਾ, K ਤੋਂ ਕੱਕਾ, J ਤੋਂ ਰਾਰਾ, ਔਰ H ਵੀ ਇਹਦੇ ਨਾਲ ਹੀ ਪੈਣੀ ਹੈ, H ਤੋਂ ਪੱਪਾ। ਤੋ ਤੁਸੀਂ ਮੈਂ ਰੈੱਡ ਕਲਰਸ 'ਚ ਜਿਹੜੇ ਕਰੈਕਟਰਸ ਲਿਖੇ ਨੇ, ਇਹ ਐਂ ਉਂਗਲਾਂ ਨੂੰ ਯੂਜ਼ ਕਰਕੇ, ਇਹ ਨਹੀਂ ਕਿ ਬਸ ਇਕੱਲੇ ਅੱਖਰ ਲਿਖਣੇ ਆ, ਉਂਗਲਾਂ ਨਾਲ ਪ੍ਰੈਕਟਿਸ ਕਰਨੀ ਹੈ ਕਿ ਜਿਹੜੀ ਉਂਗਲ ਦੇ ਉੱਤੇ ਜਿਵੇਂ ਕਿਹਾ ਗਿਆ ਉਵੇਂ, ਜਿਵੇਂ ਅੱਖਰ ਕਹਿੰਦੇ ਐਵੇਂ। ਮੈਂ ਜਿਹੜੇ ਆ ਰੈੱਡ ਕਲਰ 'ਚ ਕਰੈਕਟਰ ਪਾਏ ਨੇ, ਇਹੀ ਕਰੈਕਟਰ ਜਿਵੇਂ ਮੈਂ ਉਂਗਲਾਂ ਦੱਸਣੇ ਉਸ ਤਰ੍ਹਾਂ ਹੀ। ਅਗਰ ਤੁਸੀਂ 50 ਟਾਈਮ ਬਾਰ-ਬਾਰ ਪ੍ਰੈਕਟਿਸ ਕਰੋ ਧਿਆਨ ਲਗਾ ਕੇ, ਤਾਂ ਤੁਹਾਨੂੰ ਇੱਕ ਲਾਈਨ ASDF ਵਾਲੀ ਬਿਨਾਂ ਸ਼ਿਫਟ ਤੋਂ ਯਾਦ ਹੋ ਜਾਊਗੀ। ਇਸੇ ਤਰ੍ਹਾਂ ਹੀ ਤੁਸੀਂ ਖੁਦ, ਮੈਂ ਇਹਨੂੰ ਜ਼ਿਆਦਾ ਡਿਟੇਲ ਨਹੀਂ ਜਾਊਂਗਾ। ਹਾਂ, ਇਸ ਤੋਂ ਬਾਅਦ ਮੈਂ ਇਹ ਵੀ ਦੱਸਿਆ ਕਿ ਜਦ ਤੁਸੀਂ ਇਹ ਫਸਟ ਲਾਈਨ ਦੇ ਅੱਖਰ ਇਸ ਤਰੀਕੇ ਨਾਲ ਟਾਈਪ ਆਹ ਜਿਹੜੇ ਮੈਂ ਹੁਣ ਹਾਈਲਾਈਟ ਕਰਦਾ ਨਾ, ਇਹ ਅੱਖਰ ਇਹੀ ਬਾਰ-ਬਾਰ, ਇਹੀ ਅੱਗੇ ਫਿਰ ਦੁਬਾਰਾ ਲਿਖੇ ਹੋਏ ਨੇ, ਇਹੀ ਬਾਰ-ਬਾਰ ਮੈਂ 3 ਵਾਰ ਲਿਖੇ ਨੇ। ਇੱਦਾਂ ਮੈਂ ਕਿਹਾ ਵੀ ਤੁਸੀਂ 50-60 ਵਾਰੀ ਖੁਦ ਪ੍ਰੈਕਟਿਸ ਕਰੋ, ਤੁਹਾਨੂੰ ਇਹ ਉਂਗਲਾਂ ਟਾਈਪ ਕਰਦੇ ਕਰਦੇ ਯਾਦ ਹੋ ਜਾਊਗਾ ਕਿੱਥੇ ਤੱਤਾ ਹੈ, ਕਿੱਥੇ ਚੱਚਾ ਹੈ, ਕਿੱਥੇ ਕੱਕਾ, ਕਿੱਥੇ ਰਾਰਾ, ਸਾਰੇ ਅੱਖਰ ਕਿੱਥੇ ਸਿਹਾਰੀ, ਇਹ ਯਾਦ ਹੋ ਜੂ ਤੁਹਾਨੂੰ। ਤੁਹਾਡੀ ਉਂਗਲਾਂ ਨੂੰ ਯਾਦ ਹੋ ਜੂ, ਤੁਹਾਨੂੰ ਯਾਦ ਨਾ ਹੋਵੇ ਚਾਹੇ। ਤੋ ਜਦ ਤੁਹਾਡੀ ਉਂਗਲ ਨੂੰ, ਜਦ ਤੁਹਾਡੇ ਦਿਮਾਗ 'ਚ ਆਇਆ ਸਿਹਾਰੀ, ਤਾਂ ਆਟੋਮੈਟਿਕਲੀ ਤੁਹਾਡਾ ਸਿਹਾਰੀ ਵਾਲਾ ਅੱਖਰ ਕੀ ਦੱਬੀ ਜਾਂਦੀ ਹੈ, ਅੱਖਰ ਉਹ ਪ੍ਰੈਸ ਹੋ ਜੂ, ਤੁਹਾਡੀ ਉਂਗਲ ਆਪੇ ਕੰਮ ਕਰੂਗੀ। ਇਹ ਮੇਰਾ ਐਕਸਪੀਰੀਅੰਸ ਹੈ। ਅਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ, ਜਦੋਂ ਫਸਟ ਲਾਈਨ ਦੀ ਪ੍ਰੈਕਟਿਸ ਕਰ ਲਈ 50-60 ਵਾਰੀ, ਫਿਰ ਆਹ ਅੱਖਰ ਭੁਲਾਵੇਂ ਆ। ਉਹ ਫਸਟ ਲਾਈਨ ਦੇ ਅੱਖਰ ਨਿਕਲੇ, ਕਰ, ਤਾ, ਕਿਰ, ਪਾ, ਕੁਰ, ਪਾ, ਇਹ ਅੱਖਰ ਉਹੀ ਨੇ ਜਿਹੜੇ ਫਸਟ ਲਾਈਨ 'ਚ ਯੂਜ਼ ਹੋਣੇ ਆ। ਇਹਨਾਂ ਨੂੰ ਦੇਖ ਕੇ ਟਾਈਪ ਕਰੋ, ਦੇਖ ਕੇ ਕੀਬੋਰਡ ਤੋਂ ਨਹੀਂ, ਇੱਥੋਂ ਪੇਪਰ ਤੋਂ ਦੇਖ ਕੇ ਟਾਈਪ ਕਰੋ ਤਾਂ ਕਿ ਤੁਸੀਂ ਲਿਖ ਸਕੋ। ਔਰ ਮੈਂ ਸਪੈਸ਼ਲੀ ਇਸ ਗੱਲ 'ਤੇ ਜ਼ੋਰ ਦੇ ਰਿਹਾ, ਟਾਈਪਿੰਗ ਦੀ ਪ੍ਰੈਕਟਿਸ ਇਸ ਤਰੀਕੇ ਨਾਲ ਕਰੋ ਕਿ ਸਪੀਡ ਦੀ ਚਿੰਤਾ ਨਾ ਕਰੋ, ਬਿਨਾਂ ਦੇਖੇ ਟਾਈਪਿੰਗ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਬਿਨਾਂ ਦੇਖੇ ਟਾਈਪਿੰਗ ਕਰਨੀ ਆ ਜਾਵੇ, ਇੱਕ ਵਾਰੀ ਬੜਾ ਬੋਰਿੰਗ ਲੱਗਦਾ ਹੈ। ਜਦੋਂ ਇੱਕ ਵਾਰੀ
ਤੁਹਾਨੂੰ ਬਿਨਾਂ ਦੇਖੇ ਟਾਈਪਿੰਗ ਕਰਨੀ ਆ ਗਈ ਤਾਂ ਫਿਰ ਤੁਹਾਡਾ ਮਨ ਵੀ ਕਰੂਗਾ ਕਿ ਮੈਂ ਇਹਨੂੰ ਹੁਣ ਬਿਨਾਂ ਦੇਖੇ ਪ੍ਰੈਕਟਿਸ ਕਰਾਂ ਤੇ ਪ੍ਰੈਕਟਿਸ ਨਾਲ ਹੀ ਇਹ ਚੀਜ਼ ਆਉਣੀ ਹੈ। ਕੰਸਨਟ੍ਰੇਸ਼ਨ ਪਲੱਸ ਪ੍ਰੈਕਟਿਸ ਦੋਨੋਂ ਚੀਜ਼ਾਂ ਦਾ ਸੁਮੇਲ ਤੁਸੀਂ ਇਸ ਦੇ ਉੱਤੇ ਕਰੋਗੇ ਤਾਂ ਕੋਈ ਪ੍ਰੋਬਲਮ ਨਹੀਂ ਹੈ। ਵਿਦਿਨ ਏ ਮੰਥ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਰਾਵੀ ਦੇ ਵਿੱਚ ਪੰਜਾਬੀ ਟਾਈਪਿੰਗ ਦੀ ਸਪੀਡ ਵਧਾ ਸਕਦੇ ਹੋ। ਇਸ ਤਰ੍ਹਾਂ ਹੀ ਮੈਂ ਸੈਕਿੰਡ ਲੈਸਨ ਨੂੰ ਬਹੁਤਾ ਡਿਟੇਲ ਨਾਲ ਸਮਝਾਊਂਗਾ ਨਹੀਂ, ਲਿਖਿਆ ਹੋਇਆ ਤੁਸੀਂ ਇਹ ਫਾਈਲ ਡਾਊਨਲੋਡ ਕਰ ਲੈਣੀ ਹੈ, ਉਸ ਤੋਂ ਖੁਦ ਪੜ੍ਹ ਲੈਣਾ ਹੈ, ਪ੍ਰਿੰਟ ਕਰਵਾ ਲਓ ਫਿਰ ਪੜ੍ਹ ਲਓ ਔਰ ਇਸ 'ਤੇ ਪ੍ਰੈਕਟਿਸ ਕਰੋ। ਇੱਦਾਂ ਹੀ ਮੈਂ ਇਹ ਦੱਸਿਆ ਹੋਇਆ ਕਿ ਸੈਕਿੰਡ ਲਾਈਨ ਦੇ ਵਿੱਚ ਸ਼ਿਫਟ ਦੱਬ ਕੇ ਅੱਖਰਾਂ ਦੀ ਪ੍ਰੈਕਟਿਸ ਕਰਨੀ ਹੈ। ਔਰ ਇੱਥੇ ਇੰਪੋਰਟੈਂਟ ਗੱਲ ਇਹ ਹੈ, ਜੇ ਤੁਸੀਂ ਲੈਫਟ ਸਾਈਡ ਵਾਲੇ ਅੱਖਰ ਕੋ ਦੱਬਣੇ ਆ ਸ਼ਿਫਟ ਰਾਈਟ ਵਾਲਾ ਯੂਜ਼ ਕਰੋ। ਉਂਗਲ ਚੀਚੀ ਨੂੰ ਫੜ ਕੇ ਸ਼ਿਫਟ ਯੂਜ਼ ਕਰੋ। ਜਿਵੇਂ ਚੀਚੀ ਨਾਲ ਮੈਂ ਰਾਈਟ ਸਾਈਡ ਦੀ ਚੀਚੀ ਨਾਲ ਮੈਂ ਸ਼ਿਫਟ ਦੱਬੀ ਔਰ ਉੱਧਰੋਂ ਮੈਂ ਏ ਦੱਬਿਆ, ਇਹ ਨਾਲ ਆ ਜਾਣਾ ਹੈ ਊੜੇ ਨੂੰ ਊੜਾ ਓ। ਫਿਰ ਐਸ ਨਾਲ ਸ਼ਿਫਟ ਫੜੀ ਰੱਖਿਆ, ਐਸ ਨਾਲ ਪਊਗਾ ਏ। ਫਿਰ ਮੈਂ ਸ਼ਿਫਟ ਨੂੰ ਫੜੀ ਰੱਖਿਆ, ਡੀ ਨਾਲ ਪੜੂਗਾ ਆੜਾ। ਸ਼ਿਫਟ ਫੜ ਕੇ ਐਫ ਨਾਲ ਆਊਗਾ ਏਡੀ ਨੂੰ ਸਿਹਾਰੀ। ਜੀ ਸ਼ਿਫਟ ਫੜ ਕੇ ਦੱਬੇ ਨਾਲ ਊੜੇ ਨੂੰ ਊਂਕੜ ਆ ਜਾਊਗੀ। ਇੱਦਾਂ ਹੀ ਦੂਜੇ ਪਾਸਿਓਂ ਜਦੋਂ ਮੈਂ ਰਾਈਟ ਸਾਈਡ ਵਾਲੇ ਅੱਖਰ ਦੱਬਣੇ ਆ ਸ਼ਿਫਟ ਫੜ ਕੇ ਤਾਂ ਮੈਂ ਲੈਫਟ ਵਾਲੇ ਹੱਥ ਦੀ ਚੀਚੀ ਛੋਟੀ ਉਂਗਲ ਨਾਲ ਸ਼ਿਫਟ ਦੱਬੂੰਗਾ ਤੇ ਫਿਰ ਮੈਂ ਪਾਊਂਗਾ ਅਪੋਸਟ੍ਰੋਫ ਤੋਂ ਠੱਠਾ, ਅਪੋਸਟ੍ਰੋਫ ਤੋਂ ਹੀ ਛੱਛਾ, ਫਿਰ ਅਪੋਸਟ੍ਰੋਫ ਤੋਂ ਠੱਠਾ ਤੇ ਸੈਮੀਕੋਲਨ ਤੋਂ ਛੱਛਾ। ਇਹ ਦੋਨੇ ਚੀਚੀ ਛੋਟੀ ਉਂਗਲ ਨਾਲ ਯੂਜ਼ ਕਰਨੇ ਆ। ਫਿਰ ਉਸ ਤੋਂ ਬਾਅਦ ਥੱਥਾ, ਐਲ ਨਾਲ ਪੈਣਾ ਥੱਥਾ, ਇਹ ਆਪਾਂ ਨੇ ਯੂਜ਼ ਕਰਨਾ ਆਹਾ ਇਸ ਉਂਗਲ ਨਾਲ, ਯੈਸ ਦਿਸ ਉਂਗਲ, ਇਹ ਥੱਥੇ ਵਾਸਤੇ ਯੂਜ਼ ਹੋਊਗੀ। ਆ ਕੱਕੇ ਕੇ ਖੱਖੇ, ਕੇ ਨਾਲ ਖੱਖਾ ਪਊਗਾ ਤੇ ਇਹਦੇ ਨਾਲ ਜੇ ਤੇ ਐਚ ਦੋਨੋਂ, ਜੇ ਨਾਲ ਰਾੜਾ, ਐਚ ਨਾਲ ਫੱਫਾ ਪੈਂਦਾ ਆ। ਤੁਸੀਂ ਇਹ ਸਾਹਮਣੇ ਰੱਖ ਕੇ ਪੇਪਰ ਨੂੰ ਜਾਂ ਸਾਹਮਣੇ ਰੱਖ ਕੇ ਪੇਜ ਦੇ ਉੱਤੇ ਲਿਖ ਕੇ ਪੇਜ ਸਾਹਮਣੇ ਰੱਖ ਕੇ ਫਿਰ ਪ੍ਰੈਕਟਿਸ ਕਰੋ। ਫਿਰ ਦਿਮਾਗ 'ਚ ਉਂਗਲਾਂ ਨੂੰ ਯਾਦ ਕਰਾਓ ਕਿ ਕਿੱਥੋਂ ਹੈ, ਖੱਖਾ ਕਿੱਥੇ ਆ, ਰਾੜਾ ਕਿੱਥੇ, ਫੱਫਾ ਕਿੱਥੇ ਆ। ਤੁਹਾਡੀ ਉਂਗਲ ਯਾਦ ਕਰ ਲੂਗੀ ਅਤੇ ਨੋ ਡਾਊਟ ਤੁਸੀਂ ਇਹ ਪ੍ਰੈਕਟਿਸ ਕਰੋ। ਅਤੇ ਨਾਲ ਮੈਂ ਫਿਰ ਆਹ ਨੀਚੇ ਲਿਖੇ ਨੇ ਭੁਲਾਵੇਂ ਅੱਖਰ, ਮਤਲਬ ਮਿਕਸ ਅੱਖਰ ਨੇ ਕੋਈ ਕਿਤੇ। ਇਹ ਅੱਖਰ ਸਿਰਫ ਸੈਕਿੰਡ ਲੈਸਨ ਵਾਲੇ ਨੇ। ਸੈਕਿੰਡ ਲੈਸਨ ਦੀ ਤੁਸੀਂ ਪ੍ਰੈਕਟਿਸ ਕਰ ਚੁੱਕੇ ਹੋ ਤਾਂ ਤੁਸੀਂ ਆਹ ਅੱਖਰ ਟਾਈਪ ਕਰਕੇ ਦੇਖੋ ਆਪਣੇ ਆਪ ਦੀ ਟੈਸਟ ਕਰਨ ਵਾਸਤੇ ਕਿ ਕੀ ਤੁਹਾਨੂੰ ਸੈਕਿੰਡ ਲਾਈਨ ਦੇ ਅੱਖਰ ਯਾਦ ਹੋ ਗਏ। ਇਹਦੀ ਪ੍ਰੈਕਟਿਸ ਜਦ ਤੱਕ ਤੁਹਾਨੂੰ ਸੈਕਿੰਡ ਲਾਈਨ ਯਾਦ ਨਹੀਂ ਹੁੰਦੀ, ਤਦ ਤੱਕ ਸੈਕਿੰਡ ਲੈਸਨ ਯਾਦ ਨਹੀਂ ਹੁੰਦਾ, ਤਦ ਤੱਕ ਇਸ ਦੀ ਪ੍ਰੈਕਟਿਸ ਬਾਰ-ਬਾਰ ਕਰੀ ਚੱਲੋ। ਇਸ ਤਰ੍ਹਾਂ ਹੀ ਥਰਡ QWERT ਬਿਨਾਂ ਸ਼ਿਫਟ ਤੋਂ, ਇਸ ਤਰ੍ਹਾਂ ਹੀ ਫੋਰਥ ਲੈਸਨ ਦੇ ਵਿੱਚ QWERT ਸ਼ਿਫਟ ਪਕੜ ਕੇ ਆਪਾਂ ਕਿਹੜੇ ਅੱਖਰ ਪੈਣੇ ਆ ਉਹਦੀ ਇੱਕ ਪ੍ਰੈਕਟਿਸ ਦਿੱਤੀ ਗਈ ਹੈ। ਔਰ ਉਹਦੇ ਨੀਚੇ ਇਹ ਵੀ ਲਿਖਿਆ ਗਿਆ ਤੇ ਕਿ ਤੁਸੀਂ ਆਹ ਅੱਖਰਾਂ ਨੂੰ ਦੱਬ ਕੇ ਉਹਦੀ ਪ੍ਰੈਕਟਿਸ ਕਰਕੇ ਦੇਖੋ। ਇਸ ਤੋਂ ਅੱਗੇ ਚੱਲਦੇ ਹਾਂ। ਲੈਸਨ 5 ਹੈ ZXC। ਇੱਥੇ ਦੇਖੋ Z ਨਾਲ ਕੋਈ ਅੱਖਰ ਨਹੀਂ ਪੈਂਦਾ, Z ਨਾਲ ਨਹੀਂ ਅੱਖਰ ਪੈਣਾ ਅਤੇ X ਨਾਲ ਟਿੱਪੀ ਪੈਂਦੀ ਹੈ। ਤੋ ਟਿਪੀਕਲੀ ਪੈ ਨਹੀਂ ਸਕਦੀ, ਤਾਂ ਕਰਕੇ ਮੈਂ ਲਿਖਿਆ CX। C ਨਾਲ ਮਾਮਾ ਪੈਂਦਾ, CX ਪਾਵਾਂਗੇ ਤਾਂ ਮਾਮੇ ਉੱਪਰ ਟਿੱਪੀ ਆ ਜਾਊਗੀ। ਬਾਕੀ ਅੱਖਰ ਸਿੰਪਲ ਨੇ। Z ਨਾਲ ਕੋਈ ਅੱਖਰ ਨਹੀਂ ਪੈਣਾ, ਤੋ ਜਿਹੜੀ ਚੀਚੀ ਹੈ ਉਹ ਖਾਲੀ ਹੈ, ਉਹਦੇ 'ਤੇ Z ਦੱਬ ਨਹੀਂ ਹੋਣਾ ਹੈਗਾ ਪੰਜਾਬੀ ਲਿਖਣ ਲੱਗਿਆ। ਇਸ ਤਰ੍ਹਾਂ ਹੀ ਅੱਗੇ ਚੱਲਦੇ ਹਾਂ। ਅਗਲੇ ਲੈਸਨ ਦੇ ਵਿੱਚ ਤੁਸੀਂ ਦੇਖੋ V ਤੋਂ ਵੀ ਕੁਛ ਨਹੀਂ ਪੈਂਦਾ, Z ਤੋਂ ਵੀ ਕੁਛ ਨਹੀਂ ਪੈਂਦਾ ਹੈਗਾ। ਤੋ ਲਾਸਟ ਲਾਈਨ ਦੇ ਵਿੱਚ VZ ਦੀ ਯਾਦ ਕਰਨ ਦੀ ਲੋੜ ਨਹੀਂ ਹੈ, ਸਿਰਫ ਦੋ ਹੀ ਉਂਗਲਾਂ ਪੈਣੀਆਂ ਨੇ। ਜਿਹੜਾ X ਹੈ ਸ਼ਿਫਟ ਦੱਬ ਕੇ ਪਾਉਂਦੇ ਤਾਂ ਉਹਦੇ ਨਾਲ ਬਿੰਦੀ ਪੈਂਦੀ ਹੈ, ਉੱਪਰ ਬਿੰਦੀ, ਜਿਹੜੀ ਨਾਣੇ ਦੇ ਉੱਪਰ ਬਿੰਦੀ ਪਾਈ ਹੋਈ ਹੈ ਮੈਂ, ਪਰ ਇਕੱਲੀ ਬਿੰਦੀ ਨਹੀਂ ਪੈ ਸਕਦੀ, ਇਸ ਕਰਕੇ ਮੈਂ C ਨਾਲ ਨਾਣਾ ਪੈਂਦਾ, ਸ਼ਿਫਟ C ਨਾਲ ਨਾਣਾ ਪੈਂਦਾ, ਸ਼ਿਫਟ CX ਪਾਤਾ। ਅਤੇ V ਤੋਂ ਵੀ ਕੁਛ ਨਹੀਂ ਪੈਂਦਾ ਹੈਗਾ। ਇੱਦਾਂ ਇੱਧਰੋਂ ਕੋਮੇ ਤੋਂ ਵੀ ਨਹੀਂ ਕੁਛ ਪੈਂਦਾ ਹੈਗਾ। ਜਿਹੜੀ ਫੁੱਲ ਸਟਾਪ ਹੈ ਇਹ ਸ਼ਿਫਟ ਦੱਬ ਕੇ ਪਾਉਣ ਨਾਲ ਡੰਡੀ ਪੈਂਦੀ ਹੈ, ਜਿਹੜੀ ਆਪਾਂ ਸੈਂਟੈਂਸ ਨੂੰ ਐਂਡ ਕਰਨ ਦੇ ਯੂਜ਼ ਕਰਦੇ ਹੁੰਦੇ ਹਾਂ। ਔਰ ਸਲੈਸ਼ ਤੋਂ ਕੁਛ ਨਹੀਂ ਪੈਂਦਾ ਹੈਗਾ, ਸਲੈਸ਼ 'ਤੇ ਖਾਲੀ ਹੈ। ਇਹ ਲਾਸਟ ਲੈਸਨ ਹੈ। ਇਸ ਲੈਸਨ ਤੋਂ ਬਾਅਦ ਆਲਮੋਸਟ ਕਾਫੀ ਸਾਰੇ ਅੱਖਰ ਕਵਰ ਹੋ ਗਏ। ਕੁਛ ਅੱਖਰ ਹੋਣਗੇ ਜਿਵੇਂ ਅੱਧਾ ਕੁ ਨਹੀਂ ਕਵਰ ਹੋਇਆ, ਸ਼ਾਇਦ ਹੋਰ ਵੀ ਕੋਈ ਅੱਖਰ ਹੋਣ ਜਿਹੜੇ ਇਹਨਾਂ ਕੀਜ਼ ਤੋਂ ਕਵਰ ਨਹੀਂ ਹੁੰਦੇ ਹੈਗੇ। ਉਹਦੇ ਵਾਸਤੇ ਤੁਸੀਂ ਇੱਕ ਵਾਰੀ ਨਾ ਔਨ ਸਕਰੀਨ ਕੀਬੋਰਡ ਖੋਲ੍ਹ ਲਓ, ਜਿੱਦਾਂ ਮੈਂ ਇੱਕ ਵਾਰੀ ਫਿਰ ਖੋਲ੍ਹ ਕੇ ਦਿਖਾਉਣਾ, ਪਹਿਲਾਂ ਵੀ ਦਿਖਾਇਆ। ਸਟਾਰਟ 'ਤੇ ਕਲਿੱਕ ਕਰਕੇ ਔਨ ਸਕਰੀਨ ਕੀਬੋਰਡ 'ਤੇ ਟਾਈਪ ਕਰੋ। ਜਦੋਂ ਇਹ ਕਮਾਂਡ ਦਿੱਤੀ ਤਾਂ ਇੱਥੇ ਹੁਣ ਆਪਾਂ ਲੈਂਗੁਏਜ ਬਦਲ ਦਿੰਦੇ ਹਾਂ। ਵਿੰਡੋ ਕੀ ਪਕੜ ਕੇ ਆਪਾਂ ਗੁਰਮੁਖੀ ਚੂਜ਼ ਕਰਨੀ ਹੈ, ਛੱਡਤੀ। ਹੁਣ ਦੇਖੋ ਇੱਥੇ ਤੁਹਾਨੂੰ ਸਾਰੇ ਅੱਖਰ ਦਿਖਦੇ ਨੇ, ਜਿਵੇਂ ਅੱਧਾ 4 ਨੰਬਰ ਤੋਂ ਪੈਂਦਾ ਆ,
ਆਹ ਹਾਹੇ ਦੇ ਪੈਰ ਬਿੰਦੀ ਆ, ਆਹ ਗੱਗੇ ਪੈਰ ਬਿੰਦੀ ਆ, ਇਹ ਸ਼ਾਇਦ ਵਾਵੇ ਪੈਰ ਬਿੰਦੀ ਹੈ। ਟਾਈਪ ਕਰਕੇ ਦੇਖ ਲਓ ਕਿ ਇੱਥੋਂ ਕੀ ਕਿਹੜਾ ਅੱਖਰ ਪੈਂਦਾ ਆ। ਤੋ ਜਦੋਂ ਆਪਾਂ ਟਾਈਪ ਕਰਕੇ ਦੇਖਾਂਗੇ, ਜਿਵੇਂ ਆ 4 ਤੇ ਤਾਂ ਅੱਧਾ ਕੁ ਪੈਂਦਾ ਹੈ ਨਾ, ਤੋ ਜਿਹੜੇ ਅੱਖਰ ਤੁਹਾਨੂੰ ਨਹੀਂ ਲੱਭਦੇ ਉਹ ਇੱਥੋਂ ਤੁਸੀਂ ਪ੍ਰੈਸ ਕਰ ਸਕਦੇ ਹੋ। ਸ਼ਿਫਟ ਦੱਬ ਲਓ, ਸ਼ਿਫਟ ਵਾਲੇ ਅੱਖਰ ਆ ਜਾਣਗੇ। ਹਾਂ, ਸ਼ਿਫਟ ਦੱਬਣ 'ਤੇ ਸ਼ਿਫਟ ਵਾਲੇ ਅੱਖਰ ਆ ਗਏ, ਅਤੇ ਸ਼ਿਫਟ ਛੱਡ ਦਾਂਗੇ ਤਾਂ ਸ਼ਿਫਟ। ਅੱਛਾ, ਇੱਕ ਗੱਲ ਹੋਰ, ਕੈਪਸ ਨੂੰ ਕੋਈ ਫਰਕ ਨਹੀਂ ਪੈਂਦਾ। ਕੈਪਸ ਲੋਕ ਔਨ ਕਰੋ ਜਾਂ ਆਫ ਕਰੋ, ਅੱਖਰ ਉਹੀ ਬਣਨਗੇ। ਇੱਦਾਂ ਨਹੀਂ ਹੈਗਾ ਵੀ ਸ਼ਿਫਟ ਅਤੇ ਕੈਪਸ ਲੋਕ ਇੱਕੋ ਹੀ ਗੱਲ ਆ। ਆਪਾਂ ਕਰਦੇ ਨਾ ਆਪਣਾ ਇੰਗਲਿਸ਼ ਦੇ ਵਿੱਚ ਕਿ ਆਪਾਂ ਸ਼ਿਫਟ ਨੂੰ ਦੱਬਦੇ ਹਾਂ ਤਾਂ ਅੱਖਰ ਕੈਪੀਟਲ ਆ ਜਾਂਦੇ ਨੇ, ਅਤੇ ਫਿਰ ਜੇ ਆਪਾਂ ਕੈਪਸ ਲੋਕ ਔਨ ਕਰਦੇ ਤਾਂ ਸ਼ਿਫਟ ਦੱਬੀ ਹੋ ਜਾਂਦੀ ਹੈ। ਬਟ ਉਹ ਸਿਰਫ ਇੰਗਲਿਸ਼ ਲਿਖਣ ਵੇਲੇ ਕੰਮ ਆਉਂਦਾ ਆ। ਅਦਰਵਾਈਜ਼ ਸ਼ਿਫਟ ਐਂਡ ਕੈਪਸ ਲੋਕ ਇੱਥੇ ਪੰਜਾਬੀ ਵਿੱਚ ਇੱਕੋ ਜਿਹਾ ਕੰਮ ਨਹੀਂ ਕਰਦੇ ਹੈਗੇ। ਤੋ ਆਈ ਥਿੰਕ ਕਿ ਮੇਰਾ ਜਿਹੜਾ ਪਰਪਸ ਹੈ ਉਹ ਸੋਲਵ ਹੋ ਜਾਊਗਾ। ਮੇਰਾ ਪਰਪਸ ਹੈ ਕਿ ਤੁਸੀਂ ਪੰਜਾਬੀ ਦੀ ਟਾਈਪਿੰਗ 'ਚ ਨਾ ਕਹੋ ਕਿ ਮੈਨੂੰ ਆਉਂਦੀ ਨਹੀਂ ਹੈ, ਮੈਨੂੰ ਸਿਖਾਈ ਨਹੀਂ ਗਈ। ਉਹ ਬੜੀ ਈਜ਼ੀਲੀ ਤੁਸੀਂ ਪ੍ਰੈਕਟਿਸ ਨਾਲ ਆਪਣੀ ਸਪੀਡ ਵੀ ਵਧਾ ਸਕਦੇ ਹੋ। ਥੈਂਕ ਯੂ।